ਹੈਲੋ ਫਰੈਂਡ, ਵੈਲਕਮ ਟੂ ਕੁੱਬਾ ਲਰਨ ਨੌਲੇਜ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਔਰ ਹੁਣ ਆਪਾਂ ਮੈਡੀਵਲ ਇੰਡੀਆ ਦੀ ਜਿਹੜੀ ਸੀਰੀਜ਼ ਆ ਸ਼ੁਰੂ ਕੀਤੀ ਹੋਈ ਹੈ। ਇਸ ਤੋਂ ਪਹਿਲਾਂ ਅਸੀਂ ਮਾਡਰਨ ਇੰਡੀਆ ਹਿਸਟਰੀ ਜਿਹੜੀ ਆ ਉਹ ਕੰਪਲੀਟ ਕਰ ਚੁੱਕੇ ਹਾਂ। ਉਸ ਦੇ ਤਕਰੀਬਨ ਜਿਹੜੇ ਨੇ 25 ਲੈਕਚਰ ਨੇ, ਯਾਨੀ ਕਿ 25 ਕਲਾਸਾਂ ਜਿਹੜੀਆਂ ਨੇ ਉਸ ਦੀਆਂ ਲੱਗ ਚੁੱਕੀਆਂ ਨੇ। ਜੇਕਰ ਕਿਸੇ ਸਟੂਡੈਂਟ ਨੇ ਹਜੇ ਤੱਕ ਮਾਡਰਨ ਇੰਡੀਆ ਹਿਸਟਰੀ ਜਿਹੜੀ ਹੈ ਸਾਡੇ ਚੈਨਲ ਦੇ ਉੱਪਰ ਨਹੀਂ ਪੜ੍ਹੀ ਤਾਂ ਇਸ ਚੈਨਲ ਦੇ ਉੱਪਰ ਖੋਲ ਕੇ ਇੱਕ ਪਲੇਲਿਸਟ ਬਣੀ ਹੈ ਜੀ ਆਪਣੀ ਮਾਡਰਨ ਇੰਡੀਆ ਦੇ ਨੇਮ ਤੇ। ਉਹਦੇ 'ਚ 25 ਵੀਡੀਓਜ਼ ਪਈਆਂ ਨੇ, ਤਾਂ ਤੁਸੀਂ ਉੱਥੋਂ ਜਿਹੜੀ ਹੈ ਆਪਣੀ ਤਿਆਰੀ ਕਰ ਸਕਦੇ ਹੋ। ਪੇਪਰ ਦੇ ਨਜ਼ਰੀਏ ਤੋਂ ਹਰੇਕ ਪ੍ਰਸ਼ਨ ਜਿਹੜਾ ਉਹਦੇ ਵਿੱਚ ਕਰਵਾਇਆ ਗਿਆ, ਠੀਕ ਹੈ ਜੀ। ਔਰ ਮਾਸਟਰ ਕੈਡਰ SST ਦੇ ਵਿੱਚ ਮੈਂ ਕਹਾਂਗਾ ਹਰ ਇੱਕ ਮੇਰੇ ਕਰਵਾਏ ਹੋਏ ਕੰਮ ਦੇ ਵਿੱਚੋਂ ਕੋਈ ਨਾ ਕੋਈ ਪ੍ਰਸ਼ਨ ਜਿਹੜਾ ਉਵੇਂ ਹੀ ਉੱਠ ਕੇ ਆਇਆ ਜਿਵੇਂ ਆਪਾਂ ਕਰਵਾਇਆ ਸੀਗਾ, ਠੀਕ ਹੈ ਜੀ। ਸੋ ਸਟੂਡੈਂਟਸ ਜਿਹੜੇ ਹੁਣ ਹਿਸਟਰੀ ਲੈਕਚਰਲ ਵਾਲੇ ਸਾਡੇ ਨਾਲ ਸਟੂਡੈਂਟ ਜੁੜੇ ਹੋਏ ਨੇ, UGC ਨੈਟ ਵਾਲੇ ਜੁੜੇ ਹੋਏ ਨੇ, ਜਾਂ ਫਿਰ ਸਾਡੇ ਨਾਲ ਮਾਸਟਰ ਕੈਡਰ SST ਵਾਲੇ ਜੁੜੇ ਹੋਏ ਨੇ, ਠੀਕ ਹੈ, ਤਾਂ ਉਹਨਾਂ ਦੇ ਲਈ ਸੀਰੀਜ਼ ਆਪਾਂ ਸ਼ੁਰੂ ਕੀਤੀ ਹੋਈ ਹੈ ਮੈਡੀਵਲ ਇੰਡੀਆ। ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਔਰ ਲਾਭਦਾਇਕ ਸਿੱਧ ਹੋਣ ਵਾਲੀ ਹੈ, ਕਿਉਂਕਿ ਅਸੀਂ ਇੱਕ ਕੰਮ ਜਿਹੜਾ ਪੂਰਾ ਡੀਪ ਦੇ ਵਿੱਚ ਕਰਵਾਉਣੇ ਹਾਂ। ਕੋਈ ਵੀ ਕੰਮ ਹੈ ਜਿਹੜਾ ਜਾਂ ਕੋਈ ਵੀ ਫੈਕਟ ਕਿਤੋਂ ਵੀ ਜਿਹੜਾ ਟੌਪਿਕ ਦਾ ਨਹੀਂ ਛੱਡਿਆ ਜਾਂਦਾ, ਠੀਕ ਹੈ ਜੀ। ਸੋ ਆਓ ਵਿਦਿਆਰਥੀ ਸਾਥੀਓ, ਆਪਾਂ ਟੌਪਿਕ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਆਪਣੇ ਕੋਲ ਟੌਪਿਕ ਹੈ ਮੁਗਲ ਸਾਮਰਾਜ 3। ਦੇਖੋ ਜੀ, ਇਸ ਤੋਂ ਪਹਿਲਾਂ ਆਪਾਂ 2 ਭਾਗ ਮੁਗਲ ਸਾਮਰਾਜ ਦੇ ਕਰ ਚੁੱਕੇ ਹਾਂ। ਤੀਜਾ ਭਾਗ ਸਾਨੂੰ ਕਿਉਂ ਕਰਨਾ ਪੈ ਰਿਹਾ ਹੈ? ਆਪਾਂ ਕੀ ਹੈ, ਇਹਦਾ ਸਿਲੇਬਸ ਥੋੜਾ ਜ਼ਿਆਦਾ ਹੈ ਮੁਗਲ ਸਾਮਰਾਜ ਦਾ, ਜਿਹਦੇ ਕਰਕੇ ਕੀ ਹੈ ਥੋੜਾ ਕਰਕੇ ਤੁਹਾਨੂੰ ਆਰਾਮ ਦੇ ਨਾਲ ਪੜਾਉਣਾ ਹੈ। ਜੇਕਰ ਪੇਪਰ ਦੀ ਡੇਟ ਜਿਹੜੀ ਹੈ ਉਹ ਆਉਂਦੀ ਆ, ਠੀਕ ਹੈ ਜੀ, ਜਦੋਂ ਡੇਟ ਆ ਗਈ ਪੇਪਰ ਦੀ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਕਲਾਸਾਂ ਥੋੜੀਆਂ ਤੇਜ਼ ਕਰ ਦਿੱਤੀਆਂ ਜਾਣਗੀਆਂ ਔਰ ਉਸ ਤੱਕ ਮਤਲਬ ਪੇਪਰ ਦੀ ਡੇਟ ਤੱਕ ਜਿਹੜਾ ਐਲਾਨ ਹੋਣ ਤੱਕ ਕਲਾਸਾਂ ਇਸ ਤਰ੍ਹਾਂ ਹੀ ਚੱਲਣਗੀਆਂ ਆਪਣੇ ਕੋਲੇ ਕੰਟੀਨਿਊ ਔਰ ਆਰਾਮ ਦੇ ਨਾਲ ਆਪਾਂ ਕਰਾਂਗੇ। ਜੇਕਰ ਆਪਾਂ ਹੋਣੀ ਇੱਥੇ ਕਾਲ ਨਾਲ ਕੰਮ ਕਰਾਂਗੇ ਤਾਂ ਆਪਣੀ ਹੋ ਸਕਦਾ ਪ੍ਰੈਪਰੇਸ਼ਨ ਦੇ ਵਿੱਚ ਦਿੱਕਤ ਆਵੇ, ਠੀਕ ਹੈ ਜੀ। ਤਾਂ ਸਾਰੇ ਸਟੂਡੈਂਟਸ ਨੂੰ ਰਿਕੁਐਸਟ ਹੈ ਜਲਦੀ ਤੋਂ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਜਲਦੀ ਸਾਡੇ ਚੈਨਲ ਦੇ ਉੱਪਰ ਵਾਪਸ ਪਰਤੋ, ਤਾਂ ਕਿ ਅਸੀਂ ਆਪਣੇ ਟੌਪਿਕ ਦੀ ਸ਼ੁਰੂਆਤ ਕਰ ਸਕੀਏ, ਠੀਕ ਹੈ ਜੀ। ਬਹੁਤ ਹੀ ਵਧੀਆ ਲੱਗਦਾ ਜਦੋਂ ਸਟੂਡੈਂਟ ਨਾਲ ਆਪਣੇ ਜਵਾਬ ਦਿੰਦੇ ਜਾਂਦੇ ਨੇ, ਕਮੈਂਟ ਕਰਦੇ ਜਾਂਦੇ ਨੇ। ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਜੀ। ਬਿਲਕੁਲ ਜੀ, ਆਪਣੇ ਕੋਲੇ ਅੱਜ ਦਾ ਸਟੂਡੈਂਟਸ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਜੀ, ਅਕਬਰ ਦਾ ਜਨਮ ਹੈ ਜਿਹੜਾ ਕਦੋਂ ਹੋਇਆ ਸੀ? ਤਾਂ ਦੱਸੋ ਜੀ, ਅਕਬਰ ਦਾ ਜਿਹੜਾ ਜਨਮ ਹੈ ਕਦੋਂ ਹੋਇਆ? 1542 ਈਸਵੀ ਵਿੱਚ, 1543 ਈਸਵੀ ਵਿੱਚ, 1544 ਈਸਵੀ ਵਿੱਚ ਜਾਂ 1545 ਈਸਵੀ ਵਿੱਚ? ਤਾਂ ਦੇਖੋ ਜੀ, ਅਕਬਰ ਦਾ ਜਿਹੜਾ ਜਨਮ ਹੈ, ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, 15 ਅਕਤੂਬਰ, ਠੀਕ ਹੈ ਜੀ। 15 ਅਕਤੂਬਰ ਨੂੰ ਹੋਇਆ ਸੀ ਅਕਬਰ ਦਾ ਜਨਮ 1542 ਦੇ ਵਿੱਚ, ਠੀਕ ਹੈ ਜੀ। ਯਾਦ ਰੱਖ ਲਿਓ 1542 ਦੇ ਵਿੱਚ ਹੋਇਆ ਸੀ। ਔਰ ਜੇਕਰ ਤੁਸੀਂ ਮਾੜੀ ਜੀ ਟ੍ਰਿਕ ਬਣਾਉਣੀ ਹੋਵੇ ਤਾਂ ਦੇਖੋ ਅਕਤੂਬਰ ਦਾ ਮਹੀਨਾ ਕਿੰਨਾ ਹੁੰਦਾ, 10ਵਾਂ ਮਹੀਨਾ ਹੁੰਦਾ, ਤਾਂ ਇਹਨਾਂ ਨੂੰ ਐਡ ਕਰਦੇ ਜੇ ਪਹਿਲੇ 3 ਅੱਖਰਾਂ, ਠੀਕ ਹੈ ਜੀ। ਪਹਿਲੇ 3 ਅੱਖਰ ਜਿਹੜੇ ਉਹ ਐਡ ਕਰਦੇ ਜੇ, 1 ਤੇ 5 6, 6 ਤੇ 4 10, ਤਾਂ 10ਵਾਂ ਮਹੀਨਾ ਬਣ ਜਾਊਗਾ। ਔਰ 15 ਡੇਟ ਆਪਣੇ ਕੋਲੇ ਫਰੰਟ ਤੇ ਪਹਿਲਾਂ ਹੀ ਪਈ ਹੋਈ, ਠੀਕ ਹੈ, 15 ਚੱਕ ਲਿਆ ਜੀ ਇਹਦੇ ਚੋਂ। ਤਾਂ ਕਿਸ ਦੀ ਕੁੱਖੋਂ ਹੋਇਆ ਸੀਗਾ? ਤਾਂ ਹੋਇਆ ਸੀ ਜੀ ਹਮੀਦਾ ਬਾਨੂ ਬੇਗਮ ਦੀ ਕੁੱਖੋਂ ਹੋਇਆ ਸੀਗਾ। ਔਰ ਹਮੀਦਾ ਬਾਨੂ ਬੇਗਮ ਕੌਣ ਸੀਗੀ? ਤਾਂ ਇਹ ਹਮਾਯੂ ਦੀ ਜਿਹੜੀ ਹੈ ਵਾਈਫ ਸੀ, ਪਤਨੀ ਸੀ, ਘਰ ਵਾਲੀ ਸੀ, ਠੀਕ ਹੈ ਜੀ। ਤੇ ਕਿਹੜੇ ਮਹਿਲ ਵਿੱਚ ਹੋਇਆ? ਰਾਣਾ ਵੀਰਸਾਲ ਦੇ ਮਹਿਲ ਦੇ ਵਿੱਚ, ਠੀਕ ਹੈ ਜੀ। ਰਾਣਾ ਵੀਰਸਾਲ ਦੇ ਮਹਿਲ ਦੇ ਵਿੱਚ ਹੋਇਆ ਸੀ। ਔਰ ਹੋਇਆ ਕਿੱਥੇ ਸੀਗਾ? ਅਮਰਕੋਟ ਚ ਹੋਇਆ ਸੀ, ਠੀਕ ਹੈ ਜੀ। ਚਲੋ ਜੀ ਅੱਗੇ ਵਧਦੇ ਹਾਂ। ਬਹੁਤ ਹੀ ਵਧੀਆ ਸਟੂਡੈਂਟਸ, ਅੱਗੇ ਜੀ ਆਪਣੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਅਕਬਰ ਦੇ ਬਚਪਨ ਦਾ ਨਾਮ ਕੀ ਸੀ? ਦੱਸੋ ਜੀ, ਅਕਬਰ ਨੂੰ ਬਚਪਨ ਦੇ ਵਿੱਚ ਕੀ ਕਹਿ ਕੇ ਬੁਲਾਇਆ ਜਾਂਦਾ ਸੀ? ਜਲਾਲੂਦੀਨ, ਜੁਲਾਹਾ, ਜਲਾਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਦੇਖੋ ਸਟੂਡੈਂਟਸ, ਸੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ। ਅਕਬਰ ਨੂੰ ਜਲਾਲ ਕਹਿ ਕੇ ਬਚਪਨ ਦੇ ਵਿੱਚ ਬੁਲਾਇਆ ਜਾਂਦਾ ਸੀਗਾ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 3 ਨੰਬਰ ਪ੍ਰਸ਼ਨ ਹੈ, ਅਕਬਰ ਗੱਦੀ ਦੇ ਉੱਪਰ ਜਿਹੜਾ ਕਦੋਂ ਬੈਠਦਾ? ਯਾਨੀ ਕਿ ਰਾਜ ਅਭਿਸ਼ੇਕ ਉਸ ਦਾ ਕਦੋਂ ਹੁੰਦਾ? 1550 ਈਸਵੀ ਵਿੱਚ, 1556 ਈਸਵੀ ਵਿੱਚ, 1552 ਜਾਂ 1542 ਚ? ਦੇਖੋ 1542 ਤਾਂ ਹੁਣੇ ਆਪਾਂ ਉਹਦਾ ਜਨਮ ਪੜਿਆ, ਠੀਕ ਹੈ, ਤਾਂ ਉਦੋਂ ਤਾਂ ਨਹੀਂ ਗੱਦੀ ਦੇ ਉੱਪਰ ਬੈਠੂਗਾ ਨਾ, ਤਾਂ ਗੱਦੀ ਉੱਪਰ ਬਾਅਦ ਚ ਬੈਠੂਗਾ, ਯਾਨੀ ਕਿ ਇਹ ਆਪਸ਼ਨ ਕੀ ਹੈ? ਰੋਂਗ ਹੋ ਗਈ। ਤਾਂ ਦੇਖੋ ਉਹ ਬੈਠਦਾ ਜੀ ਗੱਦੀ ਦੇ ਉੱਪਰ, B ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਆ।
1556 ਚ 14 ਫਰਵਰੀ। ਠੀਕ ਹੈ ਜੀ, 14 ਫਰਵਰੀ। ਔਰ ਇਸ ਦਾ ਜਿਹੜਾ ਰਾਜ ਅਭਿਸ਼ੇਕ ਆਪਾਂ ਕਵਾਂਗੇ ਕਿੱਥੇ ਹੋਇਆ ਸੀ ਗੱਦੀ ਉੱਪਰ, ਕਦੋਂ ਮਤਲਬ ਕਿ ਕਿੱਥੇ ਬੈਠਿਆ ਸੀ, ਤਾਂ ਪੰਜਾਬ ਦਾ ਜਿਹੜਾ ਕਲਾਨੌਰ ਇਲਾਕਾ ਸੁਣਿਆ ਨਾ ਤੁਸੀਂ, ਕਲਾਨੌਰ, ਉਧਰ ਹੋਇਆ ਸੀਗਾ। ਠੀਕ ਹੈ ਜੀ, ਮੇ ਵੀ ਜਾਂ ਤਾਂ ਮੋਗੇ ਸਾਈਡ ਹੈਗਾ ਤੇ ਜਾਂ ਹੈਗਾ ਜੇ ਗੁਰਦਾਸਪੁਰ ਸਾਈਡ, ਮੇਰੇ ਮਾਈਂਡ ਚੋਂ ਸਕਿਪ ਹੋ ਗਿਆ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 10ਵਾਂ ਪ੍ਰਸ਼ਨ ਹੈ, ਅਕਬਰ ਨੇ ਜਿਹੜੀ ਕਿਸ ਕੋਲੋਂ ਸਿੱਖਿਆ ਹਾਸਲ ਕੀਤੀ ਸੀ, ਯਾਨੀ ਕਿ ਉਹਦਾ ਸਿੱਖਿਅਕ ਪੁੱਛ ਲੈ ਇੱਥੇ ਕੌਣ ਸੀਗਾ। ਤਾਂ ਆਪਣੇ ਕੋਲੇ ਆਪਸ਼ਨ ਨੇ ਜੀ, ਖਿਲਜੀ, ਮੁਹੰਮਦ ਅਕਰਮ, ਮੁਹੰਮਦ ਤੁਗਲਕ ਜਾਂ ਅਬਦੁਲ ਲਤੀਫ। ਤਾਂ ਦੇਖੋ ਜੀ ਇਹਨੇ ਅਬਦੁਲ ਲਤੀਫ ਦੇ ਕੋਲੋਂ ਨਾ ਸਿੱਖਿਆ ਹਾਸਲ ਕੀਤੀ ਸੀ। ਡੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ, ਅਬਦੁਲ ਲਤੀਫ। ਔਰ ਨਾਲ ਹੀ ਯਾਦ ਰੱਖ ਲਓ ਇਹ ਵਿਦਵਾਨ ਕਿਹੜਾ ਸੀਗਾ, ਇਹ ਈਰਾਨੀ ਵਿਦਵਾਨ ਸੀਗਾ, ਈਰਾਨੀ। ਠੀਕ ਹੈ ਜੀ, ਈਰਾਨੀ ਵਿਦਵਾਨ ਸੀਗਾ। ਚਲੋ ਜੀ ਅੱਗੇ ਪੜ੍ਹਦੇ ਹਾਂ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 5 ਨੰਬਰ ਪ੍ਰਸ਼ਨ ਹੈ, ਅਕਬਰ ਪਿਆਰ ਨਾਲ ਖਾਨੀ ਬਾਬਾ ਕਿਸ ਨੂੰ ਕਹਿ ਕੇ ਬੁਲਾਉਂਦਾ ਸੀ। ਦੱਸੋ ਜੀ ਖਾਨੀ ਬਾਬਾ ਕਿਹਨੂੰ ਕਹਿ ਕੇ ਬੁਲਾਉਂਦਾ ਸੀਗਾ। ਤਾਂ ਦੇਖੋ ਜੀ ਅਕਬਰ ਕਿਹਨੂੰ ਕਹਿ ਕੇ ਬੁਲਾਉਂਦਾ ਸੀ, ਆਪਸ਼ਨ ਹੈ ਆਪਣੇ ਕੋਲੇ ਬੈਰਮ ਖਾਂ, ਦੌਲਤ ਖਾਂ, ਮਿਰਜ਼ਾ ਗਾਲਿਬ ਜਾਂ ਤਾਨਸੇਨ। ਦੇਖੋ ਇਹਦੇ ਚ ਰਾਈਟ ਆਪਣੇ ਕੋਲੇ ਆਪਸ਼ਨ ਕੀ ਹੋ ਜਾਏਗੀ, ਤਾਂ ਇਹ ਬੁਲਾਉਂਦਾ ਸੀਗਾ ਬੈਰਮ ਖਾਂ ਨੂੰ। ਠੀਕ ਹੈ, ਤਾਂ ਕੀ ਕਵਾਂਗੇ, ਇਹ ਆਪਾਂ ਕਵਾਂਗੇ ਅਕਬਰ ਦਾ ਜਿਹੜਾ ਸਾਥੀ ਰਹਿ ਚੁੱਕਿਆ, ਔਰ ਇਹ ਹੈਗਾ ਬਿਲੋਂਗ ਕਿੱਥੋਂ ਕਰਦਾ ਸੀ, ਬੱਬੇ ਤੋਂ ਯਾਦ ਰੱਖ ਲਓ, ਇਹ ਕਰਦਾ ਸੀ ਬਦਖਸ਼ਾ ਤੋਂ। ਠੀਕ ਹੈ ਜੀ, ਬਦਖਸ਼ਾ ਤੋਂ ਬਿਲੋਂਗ ਕਰਦਾ ਸੀ। ਔਰ ਇਹ ਅਕਬਰ ਦਾ ਜਿਹੜਾ ਖਾਸ ਰਹਿ ਚੁੱਕਿਆ 4 ਸਾਲਾਂ ਦੇ ਵਾਸਤੇ, 1556 ਤੋਂ ਲੈ ਕੇ ਤੇ 1560 ਈਸਵੀ ਤੱਕ। ਓਕੇ ਜੀ, ਚਲੋ ਜੀ ਅੱਗੇ ਵਧਦੇ ਹਾਂ ਸਟੂਡੈਂਟਸ। ਅੱਗੇ ਆਪਣੇ ਕੋਲੇ ਅੱਜ ਦਾ 6 ਨੰਬਰ ਪ੍ਰਸ਼ਨ ਹੈ, ਪਾਣੀਪਤ ਦੀ ਦੂਜੀ ਲੜਾਈ ਅਕਬਰ ਅਤੇ ਕਿਸ ਦੇ ਵਿਚਕਾਰ ਹੋਈ। ਦੱਸੋ ਜੀ ਕਿਹਦੇ ਕਿਹਦੇ ਵਿਚਕਾਰ ਹੋਈ ਸੀ ਪਾਣੀਪਤ ਦੀ ਦੂਜੀ ਲੜਾਈ। ਤਾਂ ਦੇਖੋ ਪਹਿਲਾਂ ਤਾਂ ਡੇਟ ਦੇਖ ਲਈ ਕਦੋਂ ਹੋਇਆ। ਦੇਖੋ ਕੁਐਸਚਨ ਬਣਾਉਣ ਨੂੰ ਇੱਕੋ ਹੀ ਪੁਆਇੰਟ ਦੇ ਆਪਾਂ 4-4 5-5 ਬਣਾ ਸਕਦੇ ਆ, ਪਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਇੱਕ ਕੁਐਸਚਨ ਕਰਵਾਓ, ਉਹਦੇ ਨਾਲ ਸਾਰੇ ਉਹਦੇ ਫੈਕਟ ਦੱਸ ਦਿਓ। ਠੀਕ ਹੈ ਜੀ, ਤਾਂ ਦੇਖੋ ਪਾਣੀਪਤ ਦੀ ਜਿਹੜੀ ਦੂਜੀ ਲੜਾਈ ਆਪਾਂ ਨੂੰ ਪੁੱਛਦੀ ਆ ਉਹ ਕਦੋਂ ਹੋਈ ਸੀ, 5 ਨਵੰਬਰ ਤੇ 1556 ਈਸਵੀ ਚ। ਤਾਂ ਕਿਸ ਕਿਸ ਦੇ ਵਿਚਕਾਰ ਹੋਈ ਸੀ, ਲੱਭੋ। ਇਹਦੇ ਚ ਆਪਸ਼ਨ ਪਈ ਹੈ ਜਹਾਂਗੀਰ, ਮੁਬਾਰਕ ਖਾਂ, ਹੇਮੂ ਜਾਂ ਵਾਣੀ ਦੇ ਵਿਚਕਾਰ। ਤਾਂ ਦੇਖੋ ਜੀ ਬੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ, ਮੁਬਾਰਕ ਖਾਂ ਦੇ ਨਾਲ ਇਹਦੀ ਜਿਹੜੀ ਹੈ ਲੜਾਈ ਹੁੰਦੀ ਹੈ ਪਾਣੀਪਤ ਦੀ ਦੂਜੀ ਲੜਾਈ। ਸੌਰੀ ਮਾਫ ਕਰਨਾ, ਇਹਦੀ ਲੜਾਈ ਹੋਈ ਸੀ ਹੇਮੂ ਦੇ ਨਾਲ। ਠੀਕ ਹੈ ਜੀ, ਹੇਮੂ ਦੇ ਨਾਲ ਲੜਾਈ ਹੁੰਦੀ ਆ। ਔਰ ਯਾਦ ਰੱਖਣਾ ਮੁਬਾਰਕ ਖਾਂ ਸੀਗਾ ਜਿਹੜਾ, ਇਹਨੇ ਨਾ ਇਹਦੇ ਬੈਰਮ ਖਾਂ ਜਿਹੜਾ ਇਹਦਾ ਖਾਸ ਸੀ ਉਹਦੀ ਹੱਤਿਆ ਕਰ ਦਿੱਤੀ ਸੀਗੀ। ਠੀਕ ਹੈ ਜੀ, ਯਾਦ ਰੱਖ ਲਿਓ ਮੁਬਾਰਕ ਖਾਂ ਇੱਕ ਜਵਾਨ ਸੀਗਾ, ਪਾਟਨ ਨਾਮ ਦੇ ਜਗ੍ਹਾ ਦੇ ਉੱਪਰ ਨਾ, ਪਾਟਨ, ਉੱਥੇ ਇਹਨੇ ਹੱਤਿਆ ਕਰਤੀ ਸੀ ਬੈਰਮ ਖਾਂ ਦੀ। ਜਿਹੜਾ ਹੇਮੂ ਹੈ ਇਹ ਸੀਗਾ ਪਾਣੀਪਤ ਦੀ ਦੂਜੀ ਲੜਾਈ ਵਾਲਾ, ਔਰ ਇਹ ਹੋਈ ਸੀ 5 ਨਵੰਬਰ 1556 ਈਸਵੀ ਚ ਹੇਮੂ ਦੇ ਨਾਲ। ਇਹਦੇ ਚ ਜਿੱਤਦਾ ਕੌਣ ਹੈ, ਤਾਂ ਅਕਬਰ ਹੀ ਜਿੱਤ ਜਾਂਦਾ। ਠੀਕ ਹੈ ਜੀ, ਯਾਦ ਰੱਖ ਲੈਣਾ। ਅੱਗੇ ਹੈ ਜੀ ਹਰਮਦਲ ਨੂੰ ਅਕਬਰ ਨੇ ਕਦੋਂ ਮੁਕਤ ਕੀਤਾ। ਤਾਂ ਦੱਸੋ ਜੀ ਹਰਮਦਲ ਨੂੰ ਕਦੋਂ ਮੁਕਤ ਕੀਤਾ ਸੀਗਾ, ਮਤਲਬ ਕਿ ਦੁਬਾਰਾ ਮੁਕਤ ਕੀਤਾ ਸੀਗਾ। ਯਾਦ ਰੱਖ ਲਿਓ ਦੁਬਾਰਾ ਮੁਕਤ ਕੀਤਾ ਸੀ। ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਹੈ 1542, ਬੀ ਤੇ 1526, ਸੀ ਤੇ 1562, ਡੀ ਤੇ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ 1562 ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਮਈ ਦਾ ਮਹੀਨਾ ਸੀ ਜਦੋਂ ਹਰਮਦਲ ਦੀ ਜਿਹੜੇ ਦੁਬਾਰਾ ਪੂਰਨ ਜਿਹੜੀ ਆ ਮੁਕਤੀ ਕਰ ਦਿੱਤੀ ਸੀ। ਚਲੋ ਜੀ ਅੱਗੇ ਵਧਦੇ ਆ। ਅੱਗੇ ਜੀ ਆਪਣੇ ਕੋਲੇ ਅੱਜ ਦਾ 8ਵਾਂ ਪ੍ਰਸ਼ਨ ਹੈ, ਹਲਦੀ ਘਾਟੀ ਦੇ ਯੁੱਧ ਵਿੱਚ ਅਕਬਰ ਦਾ ਸੈਨਾਪਤੀ ਕੌਣ ਸੀ। ਦੇਖੋ ਜੀ ਪਹਿਲਾਂ ਤਾਂ ਦੇਖ ਲਈਏ ਹਲਦੀ ਘਾਟੀ ਦਾ ਯੁੱਧ ਜਿਹੜਾ ਹੋਇਆ ਕਦੋਂ। ਤਾਂ ਹਲਦੀ ਘਾਟੀ ਦਾ ਯੁੱਧ ਹੋਇਆ ਸੀ ਜੀ 18 ਜੂਨ 1576 ਚ। ਠੀਕ ਹੈ ਜੀ, ਯਾਦ ਰੱਖ ਲਿਓ 18 ਜੂਨ 1576 ਚ ਮੇਵਾੜ ਦਾ ਸ਼ਾਸਕ ਸੀਗਾ ਮਹਾਰਾਣਾ ਪ੍ਰਤਾਪ। ਤੁਸੀਂ ਸੁਣਿਆ ਹੋਣਾ ਪ੍ਰਤਾਪ। ਠੀਕ ਆ, ਉਹਦੇ ਨਾਲ ਯੁੱਧ ਹੁੰਦਾ ਇਸ ਬੰਦੇ ਦੇ ਨਾਲ, ਸੀ ਆਪਸ਼ਨ ਵਾਲੇ ਬੰਦੇ ਦੇ ਨਾਲ ਜਿਹੜਾ ਯੁੱਧ ਹੋ ਜਾਂਦਾ। ਤਾਂ ਇਹਦੇ ਵਿੱਚ ਅਕਬਰ ਹੀ ਜਿੱਤਦਾ। ਠੀਕ ਹੈ ਜੀ, ਜਿਹੜਾ ਅਕਬਰ ਹੀ ਜਿੱਤਦਾ। ਤਾਂ ਅਕਬਰ ਦੀ ਤਰਫੋਂ ਮੁਗਲ ਸੈਨਾ ਦਾ ਜਿਹੜਾ ਨੇਤਰਤਵ ਮੇਨ ਲੀਡ ਕਰ ਰਿਹਾ ਹੁੰਦਾ ਮਾਨ ਸਿੰਘ। ਠੀਕ ਹੈ, ਔਰ ਮਾਨ ਸਿੰਘ ਦਾ ਇੱਕ ਨਾ ਸਾਥੀ ਹੋਰ ਸੀਗਾ, ਉਹਦਾ ਨਾਮ ਸੀਗਾ ਆਸਫ ਖਾਂ। ਠੀਕ ਹੈ, ਮੇਨ ਪੇਪਰ ਦੇ ਵਿੱਚ ਮਾਨ ਸਿੰਘ ਦੀ ਜਿਹੜੀ ਆਪਸ਼ਨ ਹੈ ਉਹ ਹੀ ਦੇਖਣ ਨੂੰ ਆਪਾਂ ਨੂੰ ਮਿਲਦੀ ਹੈ ਜੀ।
ਚਲੋ ਸਟੂਡੈਂਟਸ ਅੱਗੇ ਵਧਦੇ ਹਾਂ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 8 ਨੰਬਰ ਪ੍ਰਸ਼ਨ ਹੈ। ਹਲਦੀ ਘਾਟੀ ਦਾ ਯੁੱਧ ਤੋਂ ਬਾਅਦ ਮਹਾਰਾਣਾ ਪ੍ਰਤਾਪ ਨੇ ਕਿਹੜੀ ਨਵੀਂ ਰਾਜਧਾਨੀ ਬਣਾਈ ਸੀ? ਤਾਂ ਦੱਸੋ ਜੀ ਕਿਹੜੀ ਨਵੀਂ ਰਾਜਧਾਨੀ ਬਣਾ ਲਈ ਸੀਗੀ? ਤਾਂ ਚਾਵੜ, ਰਵਾੜ ਜਾਂ ਮੇਵਾੜ ਜਾਂ ਇਹਨਾਂ ਵਿੱਚੋਂ ਜਿਹੜਾ ਕੋਈ ਨਹੀਂ। ਦੇਖੋ ਜੀ ਉਹਨੇ ਰਾਜਧਾਨੀ ਬਣਾ ਲਈ ਸੀਗੀ ਆਪਦੀ ਚਾਵੜ। ਔਰ ਇਹ ਬੰਦਾ ਜਿਹੜਾ ਕੀ ਕਰਦਾ, ਇਹ ਨਾ ਧਨੁਸ਼ ਨੂੰ ਚੜਾਉਣ ਲੱਗਦਾ, ਮਤਲਬ ਕਿ ਤੀਰ ਜਿਹੜਾ ਉਹ ਖਿੱਚਣ ਲੱਗਦਾ। ਬਹੁਤ ਭਾਰੇ ਪਹਿਲਾਂ ਤੀਰ ਚੱਲਦੇ ਹੁੰਦੇ ਸੀ, ਠੀਕ ਹੈ। ਅੱਜ ਕੱਲ ਤਾਂ ਬੱਚਿਆਂ ਵਾਲੇ ਚੱਲਦੇ ਨਾ, ਜਿਹੜੇ ਤੁਸੀਂ ਦੇਖਦੇ ਹੋਣੇ ਮੇਲਿਆਂ ਮੂਲਿਆਂ ਤੇ ਜਾਂ ਦੁਸਹਿਰਿਆਂ ਤੇ, ਪਰ ਬਹੁਤ ਤਗੜੇ ਜਿਹੜੇ ਨੇ ਉਦੋਂ ਧਨੁਸ਼ ਹੁੰਦੇ ਸੀ। ਇਹ ਚੜਾਉਣ ਲੱਗਿਆ ਸੀ, ਕਹਿੰਦੇ ਨਾ ਚਿੱਲਾ ਚੜਾਉਣ ਲੱਗਿਆ ਸੀਗਾ। ਤਾਂ ਉਸ ਸਮੇਂ ਕੀ ਹੋ ਗਿਆ ਸੀ, ਇਹਦੇ ਅੰਦਰ ਅੰਦਰੂਨੀ ਕੋਈ ਆ ਸੱਟ ਜਿਹੜੀ ਵੱਜ ਗਈ ਸੀ, ਇੰਨਾ ਜ਼ੋਰ ਲੱਗਦਾ ਹੁੰਦਾ ਸੀਗਾ, ਠੀਕ ਆ। ਤਾਂ ਜਿਹਦੇ ਕਰਕੇ ਕੀ ਹੈ, ਇਹਦੀ ਮੌਤ ਹੋ ਗਈ ਸੀ। ਅੱਗੇ ਹੈ ਜੀ ਦੀਨ-ਏ ਇਲਾਹੀ ਕਿਸ ਦੇ ਦੁਆਰਾ ਚਲਾਇਆ ਗਿਆ? ਇੱਥੇ ਕਿਸ ਆਉਣਾ ਸੀ, ਇੱਥੇ ਲਿਖਿਆ ਜਿਸ, ਕਿਸ ਆਉਣਾ ਸੀਗਾ, ਠੀਕ ਹੈ ਜੀ। ਤਾਂ ਦੱਸੋ ਜੀ ਦੀਨ-ਏ ਇਲਾਹੀ ਕਿਹਨੇ ਚਲਾਇਆ ਸੀਗਾ? ਅਕਬਰ ਨੇ, ਹੇਮੂ ਨੇ, ਮਹਾਰਾਣਾ ਪ੍ਰਤਾਪ ਨੇ ਜਾਂ ਕਰਮਚੰਦ ਨੇ? ਤਾਂ ਦੇਖੋ ਜੀ ਇਹ ਅਕਬਰ ਨੇ ਚਲਾਇਆ ਸੀ ਦੀਨ-ਏ ਇਲਾਹੀ। ਮੋਸਟ ਇੰਪੋਰਟੈਂਟ ਜਿਹੜਾ ਫੈਕਟ ਹੈ ਆਪਣੇ ਕੋਲ, ਯਾਦ ਰੱਖ ਲਿਓ। ਹੁਣ ਇਹ ਚਲਾਇਆ ਕਿਉਂ ਸੀਗਾ? ਇਹ ਚਲਾਇਆ ਸੀਗਾ ਜੀ ਮੁਗਲ ਵੰਸ਼ ਹੈ ਜਿਹੜਾ, ਜਾਂ ਮੁਗਲ ਸਲਤਨਤ ਹੈ, ਉਸ ਦੇ ਵਿਸਤਾਰ ਦੇ ਵਾਸਤੇ, ਠੀਕ ਹੈ। ਮਤਲਬ ਕਿ ਉਹ ਅੱਗੇ ਵੱਧਦਾ ਫੁੱਲਦਾ ਰਵੇ, ਤਾਂ ਨਾਮ ਦਿੱਤਾ ਗਿਆ ਸੀ ਦੀਨ-ਏ ਇਲਾਹੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ। ਜੈਨ ਆਚਾਰੀਆ ਹਰੀ ਵਿਜੇ ਸੂਰੀ ਨੂੰ ਅਕਬਰ ਨੇ ਕਿਹੜੀ ਉਪਾਧੀ ਦਿੱਤੀ ਸੀਗੀ? ਤਾਂ ਦੇਖੋ ਜੀ ਇਹ ਕੀ ਸੀ, ਜੈਨ ਧਰਮ ਨਾਲ ਸੰਬੰਧਿਤ ਸੀ ਵਿਅਕਤੀ, ਜੈਨ ਆਚਾਰੀਆ ਹਰੀ ਵਿਜੇ ਸੂਰੀ। ਤਾਂ ਅਕਬਰ ਨੇ ਇਹਨੂੰ ਕਿਹਦੀ ਉਪਾਧੀ ਜਿਹੜੀ ਦਿੱਤੀ ਸੀ? ਰੱਬ ਦੀ, ਜਗਤ ਗੁਰੂ ਦੀ, ਬਾਬਾ ਦੀ ਜਾਂ ਭੱਟ ਦੀ? ਤਾਂ ਦੇਖੋ ਜੀ ਬੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਜਗਤ ਗੁਰੂ ਦੀ ਉਪਾਧੀ ਜਿਹੜੀ ਹੈ ਅਕਬਰ ਦੇ ਦੁਆਰਾ ਇਸ ਨੂੰ ਦਿੱਤੀ ਗਈ ਸੀ। ਦੇਖੋ ਸਟੂਡੈਂਟ ਇੱਕ ਇੱਕ ਚੀਜ਼ ਆਪਾਂ ਬਿਲਕੁਲ ਡੈਪਥ ਦੇ ਨਾਲ ਪੜ੍ਹ ਰਹੇ ਹਾਂ। ਜੇਕਰ ਤੁਸੀਂ ਇਸ ਦੇ ਸ਼ਾਰਟ ਨੋਟ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਇੱਕ ਇੱਕ ਲਾਈਨ ਦੇ ਵਨ ਲੀਨੀਅਰ ਜਿਹੜੇ ਆ ਬਣਾ ਸਕਦੇ ਹੋ, ਠੀਕ ਹੈ ਜੀ। ਤਾਂ ਉਹਦੇ ਵਿੱਚ ਤੁਹਾਨੂੰ ਆਪਸ਼ਨ ਲਿਖਣ ਦੀ ਲੋੜ ਹੀ ਨਹੀਂ ਹੈ, ਬਸ ਸਿੱਧੇ ਜੋ ਆਨਸਰ ਹੈ ਰਾਈਟ ਨਾਲ ਨਾਲ ਲਿਖੀ ਜਾਇਆ ਕਰੋ, ਓਕੇ ਜੀ। ਜੇਕਰ ਤੁਹਾਨੂੰ ਇੱਕ ਵਾਰੀ ਵੀਡੀਓ 'ਚ ਨਹੀਂ ਸਮਝ ਲੱਗਦੀ ਤਾਂ ਇਸ ਨੂੰ ਦੁਬਾਰਾ ਸਾਡੇ ਚੈਨਲ ਉੱਪਰ ਹੀ ਵੀਡੀਓ ਪਈ ਰਹਿਣੀ ਹੈ। ਇਸ ਤੋਂ ਬਾਅਦ ਤਾਂ ਇਸ ਨੂੰ ਕੀ ਹੈ ਦੁਬਾਰਾ ਤੁਸੀਂ ਦੇਖ ਸਕਦੇ ਹੋ, ਤਾਂ ਤੁਹਾਡੀ ਕੀ ਹੈ ਪ੍ਰੈਪਰੇਸ਼ਨ ਜਿਹੜੀ ਚੰਗੇ ਤਰੀਕੇ ਨਾਲ ਹੋ ਸਕਦੀ ਹੈ। ਬਹੁਤ ਹੀ ਵਧੀਆ ਸਟੂਡੈਂਟਸ ਦੇ ਨੀਚੇ ਕਮੈਂਟ ਆ ਰਹੇ ਨੇ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ। ਅਕਬਰ ਨੇ ਸ਼ਾਹੀ ਦਰਬਾਰ ਵਿੱਚ ਕਿਹੜੀ ਪੂਜਾ ਸ਼ੁਰੂ ਕਰਵਾਈ ਸੀ? ਦੱਸੋ ਜੀ ਅਕਬਰ ਦਾ ਜਿਹੜਾ ਸ਼ਾਹੀ ਦਰਬਾਰ ਸੀ, ਕਿਹੜੀ ਪੂਜਾ ਜਿਹੜੀ ਸ਼ੁਰੂ ਕਰਵਾਈ ਸੀ? ਸੂਰਜ ਪੂਜਾ ਜਾਂ ਦੇਵੀ ਪੂਜਾ ਜਾਂ ਇੰਦਰ ਪੂਜਾ ਜਾਂ ਲੋਹ ਪੂਜਾ? ਤਾਂ ਇਹ ਆਪਸ਼ਨ ਬਿਲਕੁਲ ਸਹੀ ਹੈ ਜੀ, ਸੂਰਜ ਪੂਜਾ ਜਾਂ ਸੂਰਿਆ ਨਮਸਕਾਰ ਪੂਜਾ ਜਿਹੜੀ ਹੈ ਇਹਦੇ ਵੱਲੋਂ ਸ਼ੁਰੂ ਕਰਵਾਈ ਗਈ ਸੀ, ਠੀਕ ਹੈ ਜੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਦੇ ਸਾਲ ਬੰਦੋਬਸਤ ਅਕਬਰ ਦੇ ਕਿਹੜੇ ਦੀਵਾਨ ਨੇ ਕੀਤਾ? ਦੇਖੋ ਜੀ ਦੇ ਸਾਲ ਬੰਦੋਬਸਤ ਹੈਗਾ ਕੀ ਸੀਗਾ? ਅਕਬਰ ਨੇ ਕੀ ਕੀਤਾ, ਜਿਹੜੇ ਪਿਛਲੇ 10 ਸਾਲ ਬੀਤ ਗਏ ਨੇ ਉਹਨਾਂ ਦੀ ਪੈਦਾਵਾਰ ਦੇ ਵਿੱਚੋਂ ਜਿਹੜਾ ਹਿੱਸਾ ਯਾਨੀ ਕਿ ਟੈਕਸ ਜਿਹੜਾ ਵਸੂਲਣਾ ਸ਼ੁਰੂ ਕਰਤਾ। ਇਹਨੇ ਖੰਡਾਂ 'ਚ ਵੰਡ ਦਿੱਤਾ ਸੀ। ਹਰੇਕ ਬੰਦੇ ਨੂੰ ਕੀ ਸੀ, ਅਲੱਗ-ਅਲੱਗ ਜਿਹੜੇ ਨੇ ਵਿਭਾਗ ਜਾਂ ਇਲਾਕੇ ਜਿਹੜੇ ਆ ਉਹ ਦੇ ਦਿੱਤੇ ਸੀ। ਤਾਂ ਹੁਣ ਇਹ ਅਕਬਰ ਦਾ ਕਿਹੜਾ ਦੀਵਾਨ ਸੀ ਜਿਨਨੇ ਇਹ ਵਾਲੀ ਬੰਦੋਬਸਤ ਦੇ ਸਾਲ ਬੰਦੋਬਸਤ ਸ਼ੁਰੂ ਕੀਤਾ ਸੀ? ਤਾਂ ਉਹ ਸੀਗਾ ਜੀ, ਇਹ ਆਪਸ਼ਨ ਬਿਲਕੁਲ ਸਹੀ ਹੈ, ਟੋਡਰ ਮੱਲ, ਠੀਕ ਹੈ ਜੀ। ਤਾਂ ਟੋਡਰ ਮੱਲ ਨੇ ਸ਼ੁਰੂ ਕੀਤੀ ਸੀ। ਇਹ ਖੱਤਰੀ ਜਾਤੀ ਤੋਂ ਬਿਲੋਂਗ ਕਰਦਾ ਸੀ ਟੋਡਰ ਮੱਲ। ਔਰ ਇੱਕ ਗੱਲ ਯਾਦ ਰੱਖ ਲਿਓ, 1580 ਈਸਵੀ ਦੇ ਵਿੱਚ ਦੇ ਸਾਲ ਬੰਦੋਬਸਤ ਜਿਹੜੀ ਇਹਨੇ ਸ਼ੁਰੂ ਕੀਤੀ ਸੀ। ਚਲੋ ਜੀ ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅਕਬਰ ਦੇ ਪ੍ਰਸਿੱਧ ਸੰਗੀਤਕਾਰ ਦਾ ਨਾਮ ਕੀ ਸੀ? ਦੱਸੋ ਜੀ ਅਕਬਰ ਦਾ ਪ੍ਰਸਿੱਧ ਜਿਹੜਾ ਸੰਗੀਤਕਾਰ ਸੀ ਉਸ ਦਾ ਕੀ ਨਾਮ ਸੀਗਾ? ਏ ਤੇ ਆਪਣੇ ਕੋਲੇ ਤਿਲਦੀਨ, ਬੀ ਤੇ ਆਪਣੇ ਕੋਲੇ ਤਾਨਸੇਨ, ਸੀ ਤੇ ਸੂਰਵੰਸ਼ ਔਰ ਡੀ ਤੇ ਕਾਲੀ ਦਾਸ। ਤਾਂ ਦੱਸੋ ਜੀ ਇਹਨਾਂ ਜੋ ਰਾਈਟ ਆਪਸ਼ਨ ਕੀ ਹੋ ਜਾਏਗੀ? ਤਾਂ ਰਾਈਟ ਆਪਸ਼ਨ ਆਪਣੇ ਕੋਲੇ ਹੋ ਜਾਏਗੀ ਜੀ ਤਾਨਸੇਨ, ਠੀਕ ਹੈ। ਗਵਾਲੀਅਰ ਦੇ ਵਿੱਚ ਅੱਜ ਵੀ ਇਹਨਾਂ ਦਾ ਮਕਬਰਾ ਕਹਿ ਸਕਦੇ ਹਾਂ ਜਾਂ ਇਹਦੀ ਜਗ੍ਹਾ ਬਣੀ ਹੋਈ ਆ। ਔਰ ਨਾਲ ਹੀ ਉੱਥੇ ਨਾ ਇੱਕ ਪੇੜ ਹੈ, ਸ਼ਾਇਦ ਪਾਨ ਦਾ ਦਰਖਤ ਆ, ਮੇ ਬੀ ਆ ਸ਼ੋਰ ਨਹੀਂ, ਪਾਨ ਦਾ ਜਾਂ ਕੋਈ ਹੋਰ ਦਰਖਤ ਜ਼ਰੂਰ ਆ। ਕਹਿੰਦੇ ਨਾ ਕਿ ਉੱਥੋਂ ਦਾ ਜੇ ਕੋਈ ਪੱਤਾ ਖਾ ਲੈਂਦਾ ਤਾਂ ਉਹਦੀ ਆਵਾਜ਼ ਹੈ ਜਿਹੜੀ ਅੱਜ ਵੀ ਉਹ ਕੋਮਲ ਹੋ ਜਾਂਦੀ ਹੈ, ਠੀਕ ਹੈ। ਤਾਂ ਉਹ ਬਹੁਤ ਹੀ ਫੇਮਸ ਜਾਣਿਆ ਜਾਂਦਾ ਜਿਹੜਾ ਤਾਨਸੇਨ ਦਾ ਜਿਹੜਾ ਉਹ ਦਰਖਤ ਹੈ। ਤੇ ਇਹਨੂੰ ਕੰਠਾ ਭਰਨ ਦੀ ਜਿਹੜੀ ਵਾਣੀ ਵਿਲਾਸ ਦੀ ਜਿਹੜੀ ਉਪਾਧੀ ਅਕਬਰ ਦੇ ਵੱਲੋਂ ਵੀ ਦਿੱਤੀ ਗਈ ਸੀ। ਇਹ ਪਹਿਲਾਂ ਰਹਿੰਦਾ ਹੁੰਦਾ ਸੀ ਰਾਮਚੰਦਰ ਦੇ ਰਾਜਾ ਸੀਗਾ।
ਰਾਮਚੰਦਰ, ਠੀਕ ਹੈ। ਰੀਵਾ ਦਾ ਰਾਜਾ ਸੀ ਰਾਮਚੰਦਰ, ਉਹਦੇ ਮਹਿਲਾਂ ਦੇ ਵਿੱਚ ਰਹਿੰਦਾ ਸੀ। ਉਸ ਤੋਂ ਬਾਅਦ ਅਕਬਰ ਕੋਲੇ ਪਹੁੰਚ ਕੀਤੀ ਸੀ। ਔਰ ਯਾਦ ਰੱਖ ਲਓ ਇਹ ਵਾਲਾ ਚੈਪਟਰ ਹੈ ਨਾ ਜਿਹੜਾ ਰਾਮਚੰਦਰ ਤੇ ਅਕਬਰ ਵਾਲਾ, ਆ ਸ਼ਾਇਦ CBSE ਬੋਰਡ ਦੇ ਨਾ 4th ਜਾਂ 5th ਕਲਾਸ ਦੇ ਵਿੱਚ ਵੀ ਹੈਗਾ ਇਹ ਵਾਲਾ, ਠੀਕ ਹੈ। ਤੇ ਇਹ ਵੀ ਧਿਆਨ ਦੇ ਲਿਓ, ਜਿਹੜੇ ਤਾਂ ਟੀਚਰ ਜੁੜੇ ਹੋਏ ਨੇ ਉਹਨਾਂ ਨੇ ਤਾਂ ਜ਼ਰੂਰ ਕਰਵਾਇਆ ਹੋਣਾ, ਜਿਹੜੇ ਮਤਲਬ ਸਕੂਲਾਂ ਦੇ ਵਿੱਚ ਜੌਬ ਕਰਦੇ ਨੇ ਉਹਨਾਂ ਨੇ ਜ਼ਰੂਰ ਇਹ ਮੈਨੂੰ ਉਮੀਦ ਹੈ ਕਰਵਾਇਆ ਹੋਊਗਾ, ਠੀਕ ਹੈ ਜੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ। ਗੁਜਰਾਤ ਜਿੱਤਣ ਤੋਂ ਬਾਅਦ ਅਕਬਰ ਜਿਹੜਾ ਕਿਸ ਨੂੰ ਮਿਲਿਆ ਸੀ? ਦੇਖੋ ਜੀ ਗੁਜਰਾਤ ਜਿੱਤ ਲਿਆ ਤਾਂ ਉਸ ਤੋਂ ਬਾਅਦ ਕਿਸ ਨੂੰ ਮਿਲਦਾ ਜਾ ਕੇ? ਫਰਾਂਸੀਸੀਆਂ ਨੂੰ ਮਿਲਦਾ, ਜਾਂ ਪੁਰਤਗਾਲੀਆਂ ਨੂੰ ਮਿਲਦਾ, ਜਾਂ ਅੰਗਰੇਜ਼ਾਂ ਨੂੰ ਮਿਲਦਾ, ਜਾਂ ਡੱਚਾਂ ਨੂੰ ਮਿਲਦਾ? ਤਾਂ ਦੇਖੋ ਜੀ ਇਹ ਮਿਲਦਾ ਪੁਰਤਗਾਲੀਆਂ ਨੂੰ। ਔਰ ਸਭ ਤੋਂ ਪਹਿਲਾਂ ਕੀ ਕਰਦਾ? ਜਾ ਕੇ ਸਮੁੰਦਰ ਨੂੰ ਵੇਖਣ ਜਾਂਦਾ, ਠੀਕ ਹੈ ਜੀ। ਸਮੁੰਦਰ ਨੂੰ ਜਿਹੜਾ ਦੇਖਦਾ ਜਾ ਕੇ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 16 ਨੰਬਰ ਪ੍ਰਸ਼ਨ ਹੈ। ਅਕਬਰ ਦੇ ਦਰਬਾਰ ਦੇ ਪ੍ਰਸਿੱਧ ਚਿੱਤਰਕਾਰ ਦਾ ਕੀ ਨਾਮ ਸੀ? ਚਿੱਤਰਕਾਰ ਜਿਹੜਾ ਮੂਰਤੀਆਂ ਬਣਾ ਦੇਵੇ ਜਾਂ ਕੰਧਾਂ ਦੇ ਉੱਪਰ ਡਿਜ਼ਾਈਨ ਤਿਆਰ ਕਰਦਾ ਹੋਵੇ, ਠੀਕ ਹੈ ਜੀ, ਤਾਂ ਉਹਦਾ ਨਾਮ ਆਪਣੇ ਕੋਲੋਂ ਪੁੱਛਿਆ ਇੱਥੇ। ਤਾਂ ਆਪਣੇ ਕੋਲੇ ਆਪਸ਼ਨ ਨੇ ਜੀ ਅਬਦੁਰ ਰਹਿਮਾਨ, ਅਬਦੁਰ ਸਮਤ, ਸਬੁਲ ਖਾਨ ਜਾਂ ਇਬਨ ਬਤੂਤਾ। ਤਾਂ ਦੱਸੋ ਜੀ ਕਿਹੜਾ ਸੀਗਾ ਉਹਦਾ ਚਿੱਤਰਕਾਰ? ਤਾਂ ਅਬਦੁਰ ਸਮਤ, ਬੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ, ਠੀਕ ਹੈ ਜੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ। ਅਕਬਰ ਦੇ ਸ਼ਾਸਨ ਜਿਹੜੀ ਪ੍ਰਣਾਲੀ ਸੀ ਦੀ ਮੁੱਖ ਵਿਸ਼ੇਸ਼ਤਾ ਕੀ ਸੀ? ਖੰਡਾਂ 'ਚ ਵੰਡਿਆ ਹੋਇਆ ਸੀ, ਜਾਂ ਸਮੂਹਿਕ ਜੀਵਨ ਵਿੱਚ ਲੋਕ ਰਹਿੰਦੇ ਸੀ, ਜਾਂ ਮਨਸਬਦਾਰੀ ਪ੍ਰਣਾਲੀ ਚੱਲਦੀ ਸੀ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਸੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ। ਮਨਸਬਦਾਰੀ ਪ੍ਰਣਾਲੀ ਜਿਹੜੀ ਆ ਉਸਦੇ ਸ਼ਾਸਨ ਦੀ ਕੀ ਹੈ? ਵਿਸ਼ੇਸ਼ਤਾ ਸੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਆਪਣੇ ਕੋਲੇ ਅਕਬਰ ਦਾ ਜਿਹੜਾ ਸਮਕਾਲੀਨ ਪ੍ਰਸਿੱਧ ਸੂਫੀ ਸੰਤ ਕੌਣ ਸੀ? ਦੇਖੋ ਆਪਾਂ ਸੂਫੀ ਅੰਦੋਲਨ ਤੇ ਭਗਤੀ ਅੰਦੋਲਨ ਬਾਰੇ ਵੀ ਜਾਣਾਂਗੇ ਮੈਡੀਵਲ ਇੰਡੀਆ ਦੇ ਵਿੱਚ ਹੀ। ਇਹਦਾ ਸਮਕਾਲੀ ਪੁੱਛਿਆ ਕੌਣ ਸੀ? ਸ਼ੇਖ ਅਬਦੁੱਲਾ ਸੀ, ਸਲੀਮ ਚਿਸ਼ਤੀ ਸੀ, ਜਾਂ ਚਿਸ਼ਤੀ ਸਾਬਰ ਸੀ, ਜਾਂ ਫਿਰ ਅਬੀਰ ਖਾਂ ਸੀ? ਦੱਸੋ ਜੀ ਇਹਨਾਂ ਚੋਂ ਕੌਣ ਸੀ? ਤਾਂ ਬੀ ਆਪਸ਼ਨ ਇੱਥੇ ਬਿਲਕੁਲ ਸਹੀ ਹੋ ਜਾਏਗੀ। ਸਲੀਮ ਜਿਹੜਾ ਚਿਸ਼ਤੀ ਸੀ, ਠੀਕ ਹੈ ਜੀ। ਇਹਨਾਂ ਦਾ ਕੀ ਹੈ? ਸਮਕਾਲੀਨ ਸੂਫੀ ਸੰਤ ਸੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ। ਯੂਸਫ ਜਹੀਆ ਦੇ ਵਿਦਰੋਹ ਨੂੰ ਦਬਾਉਣ ਦੇ ਦੌਰਾਨ ਕਿਸ ਦੀ ਹੱਤਿਆ ਜਿਹੜੀ ਹੈ ਹੋ ਜਾਂਦੀ ਹੈ? ਅਕਬਰ ਦੀ, ਬੀਰਬਲ ਦੀ, ਤਾਨਸੇਨ ਦੀ, ਜਾਂ ਇਹਨਾਂ ਵਿੱਚੋਂ ਜਿਹੜਾ ਕੋਈ ਨਹੀਂ? ਤਾਂ ਦੇਖੋ ਜੀ ਬੀਰਬਲ ਦੀ ਜਿਹੜੀ ਆ ਹੱਤਿਆ ਹੋ ਜਾਂਦੀ ਹੈ, ਠੀਕ ਹੈ ਜੀ। ਬੀਰਬਲ ਦੀ ਹੱਤਿਆ ਹੋ ਜਾਂਦੀ, ਔਰ ਬੀਰਬਲ ਜਿਹੜਾ ਅਕਬਰ ਦਾ ਕੀ ਆ? ਖਾਸ ਮੰਨਿਆ ਜਾਂਦਾ। ਤੁਸੀਂ ਕਈ ਜਿਹੜੀਆਂ ਨੇ ਦੰਦ ਕਥਾਵਾਂ ਜਿਹੜੀਆਂ ਇਹਨਾਂ ਦੇ ਬਾਰੇ ਸੁਣੀਆਂ ਹੋਣਗੀਆਂ। ਅੱਗੇ ਹੈ ਜੀ 20 ਨੰਬਰ ਪ੍ਰਸ਼ਨ ਹੈ। ਅਕਬਰ ਕਿਹੜਾ ਸੰਗੀਤਮਈ ਯੰਤਰ ਵਜਾਉਂਦਾ ਸੀ? ਦੱਸੋ ਜੀ। ਆਪ ਵਜਾਉਂਦਾ ਸੀ ਸੰਗੀਤਮਈ ਯੰਤਰ, ਤਾਂ ਉਹ ਕਿਹੜਾ ਸੀ? ਬਾਂਸਰੀ ਵਜਾਉਂਦਾ ਸੀ, ਅਲਗੋਜੇ, ਜਾਂ ਨਗਾਰਾ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਦੇਖੋ ਸਟੂਡੈਂਟਸ ਸੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ, ਠੀਕ ਹੈ ਜੀ। ਨਗਾਰਾ, ਕਈ ਵਾਰੀ ਇਹਨੂੰ ਨਗਾੜਾ ਵੀ ਲਿਖਿਆ ਆ ਜਾਂਦਾ, ਠੀਕ ਹੈ ਜੀ, ਨਗਾੜਾ। ਤਾਂ ਤੁਸੀਂ ਧਿਆਨ ਦੇ ਲਿਓ। ਔਰ ਨਕਾਰਾ ਵੀ ਲਿਖਿਆ ਆ ਜਾਂਦਾ ਜੀ, ਨਕਾਰਾ। ਮਤਲਬ ਕਈ ਵਾਰੀ ਸਪੈਲਿੰਗ ਮਿਸਟੇਕ ਹੈ ਨਾ, ਤੁਹਾਨੂੰ ਪਤਾ ਗੂਗਲ ਟਰਾਂਸਲੇਟ ਕਰਦੇ ਆ, ਪੇਪਰਾਂ ਵਾਲੇ ਵੀ ਬਹੁਤ ਆਲਸੀ ਆ, ਤੇ ਮਿਸਟੇਕਸ ਜਿਹੜੀਆਂ ਨੇ ਮੋਸਟਲੀ ਪੰਜਾਬੀ ਚ ਹੁੰਦੀਆਂ। ਔਰ ਫਰੰਟ ਉੱਪਰ ਇਹ ਲਿਖਿਆ ਹੁੰਦਾ ਕਿ ਜੇਕਰ ਕੋਈ ਇਸ ਤਰ੍ਹਾਂ ਪ੍ਰਸ਼ਨ ਕਲੈਸ਼ ਹੁੰਦਾ ਤਾਂ ਉਹਦੇ ਜਿਹੜਾ ਇੰਗਲਿਸ਼ ਹੀ ਸਹੀ ਮੰਨੀ ਜਾਏਗੀ। ਕਿੱਡੀ ਮਾੜੀ ਤੇ ਘਿਨਾਉਣੀ ਹਰਕਤ ਹੈ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਚੱਲਦੀ ਹੈ, ਕਿਉਂ ਨਹੀਂ ਪੰਜਾਬੀ ਨੂੰ ਲਾਗੂ ਕਰਦੇ ਪੂਰੀ ਤਰ੍ਹਾਂ ਨਾਲ? ਤਾਂ ਜਦੋਂ ਕੋਈ ਇਹੋ ਜਿਹਾ ਪ੍ਰਸ਼ਨ ਦਾ ਰੌਲਾ ਪੈਂਦਾ ਤਾਂ ਉਦੋਂ ਕਹਿਣਗੇ ਜੀ ਇੰਗਲਿਸ਼ ਜਿਹੜੀ ਆ ਉਹ ਸਹੀ ਮੰਨੀ ਜਾਂਦੀ ਹੈ, ਠੀਕ ਹੈ ਜੀ। ਅੱਗੇ ਹੈ ਜੀ 21 ਨੰਬਰ ਪ੍ਰਸ਼ਨ ਹੈ। ਮੁਗਲਾਂ ਦੀ ਰਾਜ ਭਾਸ਼ਾ ਜਿਹੜੀ ਆ ਕਿਹੜੀ ਸੀ? ਦੱਸੋ ਜੀ ਕਿਹੜੀ ਸੀਗੀ? ਫਾਰਸੀ ਸੀ, ਤੁਰਕੀ ਸੀ, ਅਫਗਾਨੀ ਸੀ, ਜਾਂ ਮੁਗਲੀ ਸੀ? ਤਾਂ ਦੇਖੋ ਜੀ ਫਾਰਸੀ ਜਿਹੜੀ ਆ ਉਹਨਾਂ ਦੀ ਰਾਜ ਭਾਸ਼ਾ ਸੀਗੀ। ਅੱਗੇ ਹੈ ਜੀ ਚਾਰ ਬਾਗ ਜਿਹੜਾ ਬਣਾਉਣ ਦੀ ਸਥਾਪਨਾ ਕਿਸ ਦੇ ਸਮੇਂ ਸ਼ੁਰੂ ਹੋਈ ਸੀ? ਜਹਾਂਗੀਰ, ਸਲੀਮ, ਅਕਬਰ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਦੱਸੋ ਜੀ। ਇਹਨਾਂ ਤਿੰਨਾਂ ਚ ਆਪਸ਼ਨ ਪਈ ਹੈ ਆਪਣੇ ਕੋਲੇ। ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਠੀਕ ਹੈ। ਔਰ ਸਲੀਮ ਯਾਦ ਰੱਖ ਲਿਓ, ਜਹਾਂਗੀਰ ਦਾ ਹੀ ਦੂਜਾ ਨਾਮ ਹੈ ਸਲੀਮ, ਓਕੇ, ਇਹ ਵੀ ਧਿਆਨ ਰੱਖ ਲਿਓ ਜੀ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 24 ਨੰਬਰ ਪ੍ਰਸ਼ਨ। ਇੱਕ ਫੈਜੀ ਸੀਗਾ, 9 ਰਤਨਾਂ ਦੇ ਵਿੱਚੋਂ ਇੱਕ ਸੀ। ਰਤਨ ਸੁਣਿਆ ਨਾ, ਰਤਨਾਂ ਬਾਰੇ ਵੀ ਅੱਗੇ ਮੈਂ ਕਰਵਾਉਂਗਾ। ਕਹਿੰਦੇ ਕਿ ਫੈਜੀ ਨੇ, ਇੱਕ ਮਿੰਟ ਥੋੜੀ ਡਿਸਪਲੇ ਛੋਟੀ ਕਰਦੀ ਹੈ।
ਫੈਜੀ ਨੇ ਸੂਰਦਾਸ ਦੁਆਰਾ ਰਚਨਾ ਕੀਤੀ ਗਈ ਨਲ ਅਤੇ ਦਮਯੰਤੀ। ਦੇਖੋ ਇੱਕ ਪ੍ਰਸ਼ਨ ਦੇ ਵਿੱਚ ਕਲੀਅਰ ਹੋ ਗਿਆ ਕਿ ਸੂਰਦਾਸ ਨੇ ਕਿਹੜੀ ਜਿਹੜੀ ਆ ਕਹਾਣੀ ਜਾਂ ਫਿਰ ਰਚਨਾ ਕੀਤੀ ਸੀ, ਨਲ ਅਤੇ ਦਮਯੰਤੀ। ਕਥਾ ਦਾ ਫਾਰਸੀ ਵਿੱਚ ਅਨੁਵਾਦ ਕਰਕੇ ਉਸ ਦਾ ਕੀ ਨਾਮ ਰੱਖਿਆ ਸੀ? ਦੇਖੋ ਫੈਜੀ ਸੀਗਾ ਬੰਦਾ ਜਿਨੇ ਸੂਰਦਾਸ ਦੁਆਰਾ ਰਚਿਤ ਕੀਤੀ ਗਈ ਕਥਾ ਨਲ ਅਤੇ ਦਮਯੰਤੀ ਜਿਹੜੀ ਆ ਫਾਰਸੀ ਦੇ ਵਿੱਚ ਅਨੁਵਾਦ ਕੀਤਾ ਸੀ, ਤਾਂ ਉਹਦਾ ਨਾਮ ਕੀ ਰੱਖਿਆ ਸੀ? ਅਕਬਰ, ਸਹੇਲੀ, ਬਾਬਰੀ ਜਾਂ ਮੁਗਲਈ। ਅਕਬਰੀ ਰੱਖਿਆ ਸੀ ਜਾਂ ਸਹੇਲੀ ਜਾਂ ਬਾਬਰੀ ਜਾਂ ਮੁਗਲਈ? ਤਾਂ ਸਹੇਲੀ ਰੱਖਿਆ ਸੀ ਜੀ। ਬੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਂਦੀ ਹੈ। ਠੀਕ ਹੈ ਜੀ, ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਜੀ ਆਪਣੇ ਕੋਲੇ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਕੰਠ ਭਰਨ ਵਾਣੀ ਵਿਲਾਸ ਦੀ ਉਪਾਧੀ ਕਿਸ ਨੂੰ ਦਿੱਤੀ ਗਈ? ਦੱਸੋ ਜੀ। ਹੁਣੇ ਮੈਂ ਬੋਲ ਕੇ ਹਟਿਆ, ਪਿੱਛੇ ਵੀ ਆਪਣੇ ਕੋਲੇ ਇਹ ਕੁਐਸਚਨ ਜਿਹੜਾ ਆਇਆ ਸੀ। ਸਲੀਮ ਨੂੰ, ਤਾਨਸੇਨ ਨੂੰ, ਅਬੁਲ ਫਜ਼ਲ ਨੂੰ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਦੇਖੋ ਜੀ ਤਾਨਸੇਨ ਦੀ ਇਸ ਤਰ੍ਹਾਂ ਦੀ ਬਾਣੀ ਸੀਗੀ ਕਿ ਜਿਹੜੀ ਬੰਦੇ ਦਾ ਕੀ ਆ ਕੰਠ ਭਰ ਕੇ ਕਹਿੰਦੇ ਸੀ ਉਹ ਗਾਉਂਦਾ। ਔਰ ਯਾਦ ਰੱਖ ਲਿਓ ਤੁਸੀਂ ਵੀ ਹੁਣ ਇਸ ਵੀਡੀਓ ਨੂੰ ਜਦੋਂ ਛੱਡੋਗੇ YouTube ਤੇ ਤਾਨਸੇਨ ਬਾਰੇ ਜਰੂਰ ਦੇਖਿਓ ਔਰ ਤੁਹਾਨੂੰ ਉਹਦਾ ਸੰਗੀਤ ਹੈ ਜਿਹੜਾ ਬਹੁਤ ਹੀ ਲੱਗੇਗਾ ਵਧੀਆ। ਸ਼ਾਂਤ এনवायरमेंट ਦੇ ਵਿੱਚ ਜਿਹੜਾ ਉਹਦਾ ਗੀਤ ਜਿਹੜਾ ਸੁਣਨ ਵਾਲਾ ਹੁੰਦਾ। ਠੀਕ ਹੈ ਜੀ, ਤਾਨਸੇਨ ਦਾ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 26 ਨੰਬਰ ਪ੍ਰਸ਼ਨ ਹੈ, ਅਕਬਰਨਾਮਾ ਗ੍ਰੰਥ ਦੀ ਜਿਹੜੀ ਰਚਨਾ ਕਿਹਨੇ ਕੀਤੀ ਸੀ? ਦੱਸੋ ਜੀ। ਅਕਬਰਨਾਮਾ ਗ੍ਰੰਥ ਦੀ ਰਚਨਾ ਕਿਹਨੇ ਕੀਤੀ ਸੀ? ਅਕਬਰ ਨੇ, ਅਬੁਲ ਫਜ਼ਲ ਨੇ, ਹਮਾਯੂ ਨੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਐੜੇ ਐੜੇ ਤੋਂ ਯਾਦ ਰੱਖ ਲਿਓ ਅਬੁਲ ਫਜ਼ਲ ਨੇ ਕੀਤੀ ਸੀ। ਠੀਕ ਹੈ ਜੀ, ਆਪਦੀ ਕਿਤਾਬ ਕੋਈ ਵੀ ਆਪ ਨਹੀਂ ਲਿਖਦਾ ਕਿਉਂਕਿ ਆਪਾਂ ਪਿੱਛੇ ਵੀ ਹੋਰ ਕਿਤਾਬਾਂ ਜਿਹੜੀਆਂ ਨੇ ਜਾਣੀਆਂ ਸੀ ਜਾਂ ਗ੍ਰੰਥ ਜਿਹੜੇ ਆ ਜਾਣੇ ਸੀ। ਅੱਗੇ ਹੈ ਜੀ ਅਬੁਲ ਫਜ਼ਲ ਦੇ ਵੱਡੇ ਭਰਾ ਦਾ ਕੀ ਨਾਮ ਸੀ? ਦੇਖੋ ਜੀ ਅਬੁਲ ਫਜ਼ਲ ਜਿਹੜਾ ਸੀਗਾ ਇਹਦਾ ਵੱਡਾ ਭਰਾ ਜਿਹੜਾ ਸੀ ਉਹ ਵੀ 9 ਰਤਨਾਂ ਵਿੱਚੋਂ ਇੱਕ ਸੀਗਾ। ਠੀਕ ਹੈ ਜੀ, ਤਾਂ ਇਹ 9 ਰਤਨ ਜਿਹੜੇ ਨੇ ਉਹਦੇ ਦਰਬਾਰ ਦੇ ਵਿੱਚ ਸੀਗੇ। ਕਿਹੜੇ ਕਿਹੜੇ ਸੀ ਉਹ ਵੀ ਕਰਵਾਉਂਗਾ। ਤਾਂ ਇਹਨਾਂ ਵੱਡਾ ਭਰਾ ਪੁੱਛਿਆ ਅਬੁਲ ਫਜ਼ਲ ਦਾ ਕੌਣ ਸੀ? ਅਕਬਰ ਸੀ, ਫੈਜ਼ੀ ਸੀ, ਤਾਨਸੇਨ ਜੀ ਸੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਅਕਬਰ ਨਹੀਂ ਹੋ ਸਕਦਾ। ਤਾਨਸੇਨ ਤੇ ਇਹਦੇ ਕੋਲੇ ਬਾਅਦ ਚ ਮਤਲਬ ਅਪਰੋਚ ਕਰਦਾ। ਫੈਜ਼ੀ ਸੀਗਾ ਇਹਦਾ ਜਿਹੜਾ ਵੱਡਾ ਭਰਾ ਸੀਗਾ ਅਬੁਲ ਫਜ਼ਲ ਦਾ। ਠੀਕ ਹੈ ਜੀ, ਅੱਗੇ ਹੈ ਜੀ ਅਕਬਰ ਦੇ ਦਰਬਾਰ ਨੂੰ ਸੁਸ਼ੋਭਿਤ ਕਰਨ ਵਾਲੇ ਕਿੰਨੇ ਰਤਨ ਸਨ? ਦੇਖੋ ਜੀ 9 ਰਤਨ ਸੀ, ਸੁਣੇ ਹੋਣੇ ਆ। ਕਿਹੜੇ ਕਿਹੜੇ ਸੀ ਮੈਂ ਕਰਵਾ ਦਿੰਨਾ। ਪਹਿਲਾ ਸੀਗਾ ਜੀ ਆਪਣੇ ਕੋਲੇ ਅਬੁਲ ਫਜ਼ਲ। ਅਬੁਲ ਫਜ਼ਲ ਲਿਖਣੇ ਆ ਤਾਂ ਲਿਖ ਵੀ ਸਕਦੇ ਹੋ। ਠੀਕ ਹੈ ਜੀ, 1551 ਤੋਂ ਲੈ ਕੇ ਤੇ 1602 ਤੱਕ ਰਿਹਾ ਜੀ। ਇਸ ਤੋਂ ਬਾਅਦ ਕਿਹੜਾ ਸੀ? ਇਹਦਾ ਭਰਾ ਹੀ ਸੀਗਾ ਫੈਜ਼ੀ। ਇਹ 1547 ਤੋਂ ਲੈ ਕੇ ਤੇ 95 ਤੱਕ ਸੀ। ਫਿਰ ਸੀਗਾ ਜੀ ਅਕਬਰ ਦਾ ਖਾਸ ਜਿਹੜਾ ਸੰਗੀਤਕਾਰ ਸੀ ਤਾਨਸੇਨ। ਠੀਕ ਹੈ ਜੀ, ਉਸ ਤੋਂ ਬਾਅਦ ਆ ਜਾਂਦਾ ਜੀ ਬੀਰਬਲ। ਚੌਥੇ ਨੰਬਰ ਤੇ ਆ ਬੀਰਬਲ। ਇਹ 1528 ਤੋਂ ਲੈ ਕੇ 83 ਤੱਕ ਰਹਿੰਦਾ, ਲੰਬੇ ਸਮੇਂ ਤੱਕ। ਔਰ 5ਵੇਂ ਨੰਬਰ ਤੇ ਆ ਟੋਡਰਮਲ, ਜਿਹਨੇ ਦੇ ਸਾਲ ਬੰਦੋਬਸਤ ਜਿਹੜਾ ਸ਼ੁਰੂ ਕੀਤਾ ਸੀ, ਟੋਡਰਮਲ। ਅੱਗੇ ਹੈ ਜੀ ਹਲਦੀ ਘਾਟੀ ਵਾਲੇ ਜਿਹੜਾ ਯੁੱਧ ਦੇ ਵਿੱਚ ਲੀਡ ਕਰਨ ਵਾਲਾ ਕੌਣ ਸੀ? ਮਾਨ ਸਿੰਘ ਸੀਗਾ 6 ਨੰਬਰ ਤੇ। ਔਰ 7 ਨੰਬਰ ਤੇ ਆਪਣੇ ਕੋਲੇ ਪਿਆ ਅਬਦੁਲ ਰਹੀਮ ਖਾਨ ਏ ਖਾਨਾ। ਠੀਕ ਹੈ ਜੀ, ਔਰ 8 ਨੰਬਰ ਤੇ ਆਪਣੇ ਕੋਲੇ ਪਿਆ ਜੀ ਫਕੀਰ ਅਜਾਉਦੀਨ ਸੀਗਾ। ਔਰ 9 ਨੰਬਰ ਤੇ ਪਿਆ ਜੀ ਆਪਣੇ ਕੋਲੇ ਮੁੱਲਾ ਦੋ ਪਿਆਜ਼ਾ। ਠੀਕ ਹੈ ਜੀ, ਇਹ ਜਿਹੜੇ ਨੇ 9 ਰਤਨ ਅਕਬਰ ਦੇ ਦਰਬਾਰ ਵਿੱਚ ਸੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਜੀ ਸਾਡੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ। ਦੇਖੋ 19 ਨੰਬਰ ਨੂੰ ਮੈਂ ਨਾ 29 ਨੰਬਰ ਦੇ ਫੈਕਟ ਬਣਾਉਣ ਨੂੰ ਆਪਾਂ 10 ਕੁਐਸਚਨ ਇਹਦੇ ਵਿੱਚ ਕਰਵਾ ਸਕਦੇ ਸੀ, 10। ਤਾਂ ਦੇਖੋ ਮੈਂ ਇੱਕੋ ਹੀ ਬਣਾਇਆ। ਆਪਾਂ ਨੂੰ ਵਿਊਆਂ ਨਾਲ ਜਾਂ ਵਾਚ ਟਾਈਮ ਨਾਲ ਕੋਈ ਮਤਲਬ ਨਹੀਂ ਹੁੰਦਾ। ਆਪਾਂ ਨੂੰ ਇਹੀ ਹੈ ਸਟੂਡੈਂਟ ਜਿਹੜਾ ਘੱਟ ਸਮੇਂ 'ਚ ਵੱਧ ਗਿਆਨ ਜਿਹੜਾ ਸਾਡੇ ਚੈਨਲ ਦੇ ਉੱਪਰ ਲੈ ਕੇ ਜਾਵੇ। ਤਾਂ ਦੇਖੋ ਜੀ 29 ਨੰਬਰ 'ਚ ਇੰਨਾ ਕੁਝ ਲਿਖਿਆ ਹੈ, ਸਾਰੀਆਂ ਰਚਨਾਵਾਂ ਕੀਤੀਆਂ ਤਾਂ ਅਕਬਰ ਨੇ ਸੀ। ਦੇਖੋ ਕਿਹੜੀ ਕਿਹੜੀ ਕੀਤੀ ਸੀ ਉਹਦੇ ਬਾਰੇ ਆਪਾਂ ਜਾਣ ਲਈਏ। ਇਹਨੇ ਬਣਵਾਇਆ ਸੀ ਜੀ ਦਿੱਲੀ ਵਿੱਚ ਹਮਾਯੂ ਦਾ ਮਕਬਰਾ। ਠੀਕ ਹੈ, ਇੱਕ ਪੰਚ ਮਹਿਲ ਬਣਵਾਇਆ। ਫਿਰ ਇਹਨੇ ਬੁਲੰਦ ਦਰਵਾਜ਼ਾ, ਜੋਧਾਬਾਈ ਦਾ ਮਹਿਲ, ਇਬਾਦਤ ਖਾਨਾ। ਠੀਕ ਹੈ ਜੀ, ਤਾਂ ਇਲਾਹਾਬਾਦ ਦਾ ਕਿਲਾ, ਲਾਹੌਰ ਦਾ ਕਿਲਾ, ਫਤਿਹਪੁਰ ਸਿਕਰੀ ਵਿੱਚ ਸ਼ਾਹੀ ਮਹਿਲ। ਦੇਖੋ ਫਤਿਹਪੁਰ ਸਿਕਰੀ
ਸ਼ਿਫਟ ਕਰਦਾ, ਆਗਰਾ ਤੋਂ ਰਾਜਧਾਨੀ ਬਣਾ ਲੈਂਦਾ ਹੈ ਫਤਿਹਪੁਰ ਸਿਕਰੀ ਨੂੰ। ਅੱਗੇ ਹੈ ਜੀ ਆਗਰਾ ਦਾ ਲਾਲ ਕਿਲਾ। ਇਹ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਕਿਹਨੇ ਕਰਵਾਈਆਂ ਸੀ? ਅਕਬਰ ਨੇ ਕਰਵਾਈਆਂ ਸੀ, ਯਾਦ ਰੱਖ ਲਓ, ਠੀਕ ਹੈ ਜੀ, ਅਕਬਰ ਨੇ ਹੀ ਕਰਵਾਈਆਂ ਸੀ। ਓਕੇ ਜੀ, ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 30 ਨੰਬਰ ਤੇ ਲਾਸਟ ਪ੍ਰਸ਼ਨ ਹੈ, ਅਕਬਰ ਬਾਦਸ਼ਾਹ ਦੀ ਮੌਤ ਜਿਹੜੀ ਹੈ ਕਦੋਂ ਹੋਈ ਸੀ? 1606 ਈਸਵੀ ਚ, 1609 ਚ, 1605 ਜਾਂ 1610 ਚ। ਤਾਂ ਦੇਖੋ ਜੀ ਇਹਦੀ ਮੌਤ ਜਿਹੜੀ ਹੋ ਜਾਂਦੀ ਹੈ 16 ਅਕਤੂਬਰ। ਅਕਤੂਬਰ ਯਾਦ ਰੱਖ ਲਿਓ, ਅਕਤੂਬਰ ਬਾਰੇ ਅੱਗੇ ਵੀ ਮੈਂ ਤੁਹਾਨੂੰ ਦੱਸਿਆ। 16 ਅਕਤੂਬਰ 1605 ਚ, ਠੀਕ ਹੈ ਜੀ। ਤਾਂ ਇਹਨੂੰ ਦਫਨਾ ਦਿੰਦੇ ਨੇ ਆਗਰਾ ਦੇ ਨਜ਼ਦੀਕ ਇੱਕ ਨਾ ਸਿਕੰਦਰਾ ਨਾਮ ਦੀ ਜਗ੍ਹਾ, ਉੱਥੇ ਜਿਹੜਾ ਦਫਨਾ ਦਿੰਦੇ ਨੇ। ਹੁਣ ਸਟੂਡੈਂਟਸ ਆਪਣੇ ਕੋਲੇ ਕੰਮ ਰਹਿ ਗਿਆ, ਇਹਦੇ ਸੁਧਾਰ ਜਿਹੜੇ ਨੇ ਕਿਹੜੇ ਕਿਹੜੇ ਸੀ? ਆਪਾਂ ਜ਼ਮੀਨਾਂ ਬਾਰੇ ਤੁਸੀਂ ਸੁਣਿਆ ਹੋਣਾ, ਕਿਹੜੀ ਕਿਹੜੀਆਂ ਨੇ ਵੰਡ ਕੀਤੀ ਸੀ? ਪਲਾਜ, ਪਰੋਤੀ, ਛੱਛਰ, ਬੰਜਰ, ਠੀਕ ਹੈ, ਭੂਮੀਆਂ ਜਿਹੜੀਆਂ ਅਲੱਗ-ਅਲੱਗ। ਹੋਰ ਵੀ ਇਹਨੇ ਕਈ ਕੰਮ ਕੀਤੇ ਸੀ। ਜਦੋਂ ਆਪਾਂ ਸਾਰਾ ਮੁਗਲ ਕੰਪਲੀਟ ਕਰ ਲਾਂਗੇ ਨਾ, ਉਸ ਤੋਂ ਬਾਅਦ ਇੱਕ ਕਲਾਸ ਲਵਾਂਗੇ ਜਿਹਦੇ ਚ ਜਿਹੜਾ ਰਾਜਾ ਜਿਹੜਾ ਆਪਣੇ ਕੋਲੇ ਰਹਿ ਗਿਆ ਜਾਂ ਸਮਰਾਟ ਮੁਗਲਾਂ ਦਾ, ਠੀਕ ਹੈ, ਉਹ ਪੜਾਂਗੇ। ਔਰ ਇੱਕ ਸੈਸ਼ਨ ਹੋਰ ਲਵਾਂਗੇ ਜਿਹਦੇ ਚ ਦਿੱਲੀ ਸਲਤਨਤ ਦੇ ਆਪਾਂ ਗੁਲਾਮ ਵੰਸ਼ ਪੜਿਆ, ਠੀਕ ਹੈ, ਖਿਲਜੀ ਵੰਸ਼ ਪੜਿਆ, ਤੁਗਲਕ ਵੰਸ਼ ਪੜਿਆ, ਲੋਧੀ ਵੰਸ਼ ਪੜਿਆ। ਮਤਲਬ ਇਹਨਾਂ ਸਾਰਿਆਂ ਦੇ ਬਾਰੇ ਕੀ ਆ, ਆਪਾਂ ਹੋਰ ਜਿਹੜੇ ਫੈਕਟਰ ਰਹਿ ਗਏ ਸੀ ਉਹ ਜਾਣ ਕੇ ਜਿਹੜਾ ਮੈਡੀਵਲ ਇੰਡੀਆ ਖਤਮ ਕਰ ਦੇਵਾਂਗੇ। ਸੋ ਸਟੂਡੈਂਟ ਵੱਧ ਤੋਂ ਵੱਧ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਨ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣ, ਬੈਲ ਆਈਕਨ ਨੂੰ ਦਬਾ ਲੈਣ, ਤਾਂ ਕਿ ਜਦੋਂ ਵੀ ਸਾਡਾ ਕੋਈ ਨਵਾਂ ਵੀਡੀਓ ਜਾਂ ਨਵਾਂ ਕੋਈ ਪ੍ਰੋਗਰਾਮ ਆਉਂਦਾ ਤਾਂ ਕੀ ਆ ਤੁਸੀਂ ਇਸ ਚੈਨਲ ਦੇ ਉੱਪਰ ਉਸ ਦਾ ਆਨੰਦ ਮਾਣ ਸਕੋ। ਸੋ ਸਟੂਡੈਂਟਸ, ਕੁੱਬਲ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।